सतनाम एक ओंकार सतनाम करता पुरख निरभव निर्वैर अकाल मूरत अजूनी सैभं गुर प्रसाद ना हूँ जति सती नहीं पढ़िया ना हूँ जति सती नहीं पढ़िया मूरख मुगदा जन्म पया प्रणवत नानक तिनकी सरना जिन तू नाही विसरिया डंडौत बंदन अनेक बार सर्ब कला समरथ डोलन ते राखो प्रभु डोलन ते राखो प्रभु नानक दे घर हथ भूले मार्ग जिन्हें बताया ऐसा गुर वड भागी पाया सतगुर नानक प्रगटिया मिटी धुंध जग चानण होआ ज्यों कर सूरज निकलिया तारे छप अंधेर पलोआ ज्यों कर सूरज निकलिया तारे छप अंधेर पलोआ परम सत्कार योग धन धन साहिब सतगुरु श्री गुरु ग्रंथ साहिब महाराज जी दी पावन पवित्र हजूरी अंदर जगत गुरु धन गुरु नानक साहिब महाराज जी दे पावन पवित्र प्रगट अस्थान गुरु नानक साहिब महाराज जी दे विहड़े विच गुरु नानक साहिब महाराज जी दी अपार रहमत बख्शिश पात्र
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਨੇ ਅਸਾਂ ਕਲਯੁਗੀ ਜੀਵਾਂ ਦੇ ਸਿਰ ਤੇ ਮੇਰ ਦਾ ਹੱਥ ਰੱਖ ਕੇ ਆਪਣਾ ਪ੍ਰਕਾਸ਼ ਦਿਹਾੜਾ ਮਨਾਉਣ ਦਾ ਸੁਭਾਗ ਮੌਕਾ ਬਖਸ਼ ਦਿੱਤਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਸਾਡੇ ਗਰੀਬਾਂ ਤੇ ਤਰਸ ਕਰੇ, ਤਰੁੱਠ ਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇ। ਜਿਤਨੀ ਸੰਗਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਹੜੇ ਵਿੱਚ ਬੈਠੀ ਹੈ, ਸਮੁੱਚੀ ਸੰਗਤ ਨੂੰ ਅਦਬ ਸਤਿਕਾਰ ਨਾਲ ਬੇਨਤੀ ਕਰਾਂ ਕਿ ਆਓ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਦੇ ਹਾਂ। ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਦਿਆਂ ਮੈਂ ਬੇਨਤੀ ਕਰਾਂ, ਆਓ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਵਿੱਚ ਅਰਦਾਸ ਹੈ। ਹੇ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ, ਆਪ ਜੀ ਦੀ ਮਹਿਮਾ ਬੇਅੰਤ ਹੈ, ਅਪਾਰ ਹੈ, ਕਹਿਣੇ ਤੋਂ ਬਾਹਰ ਹੈ। ਮੈਂ ਮੂਰਖ ਕੋਲ ਕੋਈ ਸ਼ਬਦ ਨਹੀਂ, ਇਸ ਮੂਰਖ ਕੋਲ ਕੋਈ ਜ਼ੁਬਾਨ ਨਹੀਂ ਕਿ ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਆਪ ਜੀ ਦੀ ਸਿਫਤ ਵਿੱਚ ਕੁਝ ਕਹਿ ਸਕਾਂ। ਆਪ ਜੀ ਨੇ ਤਰੁੱਠ ਕੇ ਮਿਹਰ ਕਰਕੇ ਇਸ ਗਰੀਬ ਨੂੰ ਆਪਣੇ ਚਰਨਾਂ ਵਿੱਚ ਆਪਣੀ ਸੰਗਤ ਦੀ ਸੇਵਾ ਆਪ ਜੀ ਦੇ ਵਿਚਾਰਾਂ ਨਾਲ ਕਰਨ ਦੀ ਬਖਸ਼ਿਸ਼ ਰੂਪ ਵਿੱਚ ਕੀਤੀ ਹੈ। ਮੈਂ ਬੇਨਤੀ ਕਰਾਂ ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ, ਜਿਹੜੀਆਂ ਵੀ ਸੰਗਤਾਂ ਪੰਡਾਲ ਤੋਂ ਬਾਹਰ ਇੱਧਰ ਉੱਧਰ ਘੁੰਮ ਰਹੀਆਂ ਨੇ, ਮੈਂ ਬੇਨਤੀ ਕਰਾਂ ਗੁਰੂ ਕੇ ਸਿੱਖੋ, ਇਹ ਸਮਾਂ, ਇਹ ਟਾਈਮ, ਇਹ ਕੀਮਤੀ ਘੜੀਆਂ ਕਦੇ ਦੁਬਾਰਾ ਜੀਵਨ ਵਿੱਚ ਨਹੀਂ ਮਿਲਣੀਆਂ। ਆਓ ਇਸ ਪੰਡਾਲ ਦੀ ਸ਼ੋਭਾ ਤੇ ਸ਼ਾਨ ਨੂੰ ਵਧਾਉਂਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੀਤੇ ਹੋਏ ਪਰ ਉਪਕਾਰ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕੀਤੀ ਹੋਈ ਖਾਸ ਰਹਿਮਤ, ਉਸ ਰਹਿਮਤ ਦੇ ਪਾਤਰ ਗੁਰੂ ਪੰਡਾਲ ਵਿੱਚ ਬੈਠ ਕੇ ਬਣ ਸਕੀਏ। ਜਿਤਨੀ ਸੰਗਤ ਗੁਰੂ ਦੇ ਚਰਨਾਂ ਵਿੱਚ ਬੈਠੀ ਹੈ, ਦਿੱਤੇ ਹੋਏ ਸਮੇਂ ਵਿੱਚ ਰਹਿ ਕੇ ਆਪ ਜੀ ਦੇ ਚਰਨਾਂ ਵਿੱਚ ਗੁਰੂ ਬਾਬਾ ਨਾਨਕ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਕੁਝ ਕਹਿ ਸਕਾਂ। ਫਿਰ ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਅਦਬ ਸਤਿਕਾਰ ਸਹਿਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ, ਮਹਾਰਾਜ ਆਪ ਜੀ ਦੀ ਮਹਿਮਾ ਅਗਾਧ ਬੋਧ ਹੈ, ਇਸ ਮੂਰਖ ਕੋਲ ਸ਼ਬਦ ਨਹੀਂ ਕਿ ਆਪ ਜੀ ਦੀ ਸਿਫਤ ਵਿੱਚ ਕੁਝ ਕਹਿ ਸਕਾਂ। ਕਰੋ ਕਿਰਪਾਲਤਾ, ਜਿਤਨੀ ਸੰਗਤ ਗੁਰੂ ਪੰਡਾਲ ਵਿੱਚ ਬੈਠੀ ਹੈ, ਆਪ ਜੀ ਕਰੋ ਕਿਰਪਾਲਤਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖਾਸ ਰਹਿਮਤ ਕੀਤੀ, ਸਾਡੇ ਤੇ ਤਰੁੱਠ ਕੇ ਸਾਨੂੰ ਇਹ ਸੁਭਾਗ ਮੌਕਾ ਬਖਸ਼ਿਸ਼ ਕੀਤਾ ਹੈ। ਮੇਰਾ ਚਿੱਤ ਤਾਂ ਕਰਦਾ ਸੀ ਖਿਆਲ ਕਿ ਪ੍ਰਬੰਧਕਾਂ ਵੱਲੋਂ 1 ਘੰਟੇ ਦਾ ਸਮਾਂ ਜ਼ਰੂਰ ਦਿੱਤਾ ਜਾਏਗਾ, ਪਰ ਦਿੱਤੇ ਹੋਏ ਸਮੇਂ ਵਿੱਚ ਰਹਿ ਕੇ ਆਪ ਜੀ ਦੀ ਸੇਵਾ ਵਿੱਚ ਕੁਝ ਕਹਿ ਸਕਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਘਰ, ਜਿਸ ਵਿਹੜੇ ਵਿੱਚ ਆਪ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੇ, ਪੂਰੀ ਕਾਇਨਾਤ ਵਿੱਚ, ਪੂਰੇ ਵਿਸ਼ਵ ਭਰ ਵਿੱਚ, ਪੂਰੇ ਵਰਲਡ ਵਿੱਚ
हर मनुख इस धरती के दर्शनां दी लोचा रखता है। फिर बेनती, इस बेनती नूं एक बारी फिर सुनियो। पूरे विश्व भर विच, पूरे संसार दे अंदर, दुनिया भर विच वसण वाला हरेक ओ नानक नाम लेवा सिख जो इस पावन पवित्र धरती दी दर्शनां दी ते पावन पवित्र धरती दी चरनां दी धूड़ हर गुरु का सिख लैण दी लोचा रख के इस संसार विच जिउंदा है। मैं इत्थों अरबता करनी चाहुंदा, गुरु नानक साहब महाराज रहमत कर, असीं अरदास निता प्रति करदे हां ते उस अरदास विच हर गुरु का सिख वो किते भी बैठा होवे, चाहे वो कनेडा दी धरती ते, अमेरिका, हिंदुस्तान, पाकिस्तान, किते भी गुरु नानक साहब महाराज जी दा सिख बैठा है ते याद रखो वो अरदास विच शब्द पढ़दा है कि श्री ननकाना साहिब ते होर गुरद्वारे गुरधाम जिन्हां तो पंथ नूं विछोड़िया गया है, तिन्हां दे खुले दर्शन दीदार ते सेवा संभाल दा दान खालसा जी नूं बख्शो। अज सानूं इह सुभाग मौका मिलिया, मेरे गुरु नानक साहब महाराज, मैं तां वार-वार इह शब्द दोहरा रहा कि गुरु नानक साहब महाराज जी की रहमत तो बिना, गुरु नानक साहब महाराज जी की कृपा तो बिना, उन्हां दी इस पावन पुत्र धरती ते मस्तक टेकण दा, मत्था टेकण दा सुभाग मौका मिलदा। गुरु नानक साहब महाराज जी की रहमत नाल, गुरु नानक साहब जी की कृपा नाल मैं एक बारी जरूर बेनती करांगा कि संगत विच थोड़ी जी एकाग्रता की दात बख्शो तां कि आप जी की सेवा मैं गुरु बाणी और गुरु इतिहास राही कर सका। आओ गुरु नानक साहब महाराज जी के संबंध विच कोई शब्द कह सका। गुरु नानक साहब सच्ची सरकार दा जन्म इस धरती ते माता तृप्ता दी कुख तो हुंदा है। मैं बहुता डिटेल विच जीवन नहीं, आउण वाले दिनां विच उन्हां दे इतिहास विचों, उन्हां दे जीवन विचों, उन्हां दे प्रकाश संबंध विच मैं जरूर आउण वाले दीवानां विच बेनती करांगा। गुरु नानक साहब महाराज जी इस धरती ते प्रकाश धारदे ने और भाई साहब भाई गुरदास जी ने अपनियां वारां विच वार-वार उन्होंने एक शब्द वरतिया बाबा। इत्थे मैं थोड़ा जिहा जरूर रुकना चाहुंदा, बाबे दा अर्थ की है। असीं वार-वार भाई गुरदास जी दीयां वारां विच बाबा शब्द पढ़दे हां, हालांकि श्री गुरु ग्रंथ साहब महाराज जी दी अमृत गुरबाणी विच भी बाबा शब्द बहुत वारी पढ़न ते सुनन नूं मिलदा है। भाई गुरदास जी कहंदे ने बाबा एक बाबा अकाल रूप, इत्थे भी बाबा शब्द भाई गुरदास जी ने वरतिया। दूसरी बार भाई गुरदास जी ने बाबा फिर शब्द वरतिया कि फिर बाबा गया बगदाद नूं। बाबे दा अर्थ की है मैं इत्थे बेनती करनी चाहुंदा, बाबा शब्द भाई गुरदास जी ने वार-वार क्यों वरतिया? गुरु ग्रंथ साहब महाराज जी दी अमृत बाणी विच जदों असीं पढ़दे हां बाबे दे संबंध विच ते गुरु नानक साहब महाराज आप भी बाबा शब्द वरतदे ने। बाबा होर खाना खुशी खुआर, जित खादा तन पीड़ी है, मन में चले विकार। बाबा शब्द गुरु नानक साहब महाराज जी ने आप भी वरतिया। खैर मैं जिहड़ी बेनती करनी चाहुंदा, बाबा शब्द वार-वार भाई गुरदास ने वरतिया। बाबे दा अर्थ की है? बाबे दा अर्थ है सियाणा, बाबे दा अर्थ है बजुर्ग, बाबे दा अर्थ है वड्डा, बाबे दा अर्थ है उच्ची सूझबूझ वाला। ते जे भाई नंद लाल नूं पुछिए कि इस बाबे दे अर्थ की ने, ते भाई साहब भाई नंद लाल धन गुरु गोबिंद सिंह महाराज जी दे 52 कवियां विचों सब तो सिरे दे कवि ने भाई नंद लाल। ते उन्हां ने जिहड़े बाबा शब्द दी व्याख्या कीती, वो कहंदे ने जे तू अपने आप नूं बाबा अखवाउणा है, जे तू चाहुंदा कि दुनिया दे लोग मैनू बाबा कहण, फिर एक गल याद रखी, जे दुनिया दे लोग कहण मैनू कि बाबा लोग कहण, जे दुनिया विच वडियाई पाउणी है, जे तू चाहुंदा मैनू दुनिया दे लोग बाबा कहण, ते भाई नंद लाल कहंदे ने फिर तू बंदगी करया कर। जे तू दुनियावी तौर ते ये चाहुंदा कि मैनू दुनिया दे लोग बाबा कहण,
ਜੇ ਦੁਨੀਆ ਦੇ ਲੋਕ ਮੈਨੂੰ ਸਿਆਣਾ ਕਹਿਣ, ਜੇ ਦੁਨੀਆ ਦੇ ਲੋਕ ਮੈਨੂੰ ਉੱਚੀ ਸੂਝ-ਬੂਝ ਵਾਲਾ ਕਹਿਣ, ਤੇ ਭਾਈ ਨੰਦ ਲਾਲ ਨੇ ਇੱਕ ਫਾਰਸੀ ਵਿੱਚ ਸ਼ੇਰ ਲਿਖਿਆ। ਉਹ ਕਹਿੰਦੇ ਨੇ, ਕਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਚ ਆਖਰ ਸ਼ਰਮੰਦਗੀ। ਜੇ ਤੂੰ ਬਾਬਾ ਅਖਵਾਉਣਾ ਹੈ ਫਿਰ ਤੂੰ ਬੰਦਗੀ ਕਰਿਆ ਕਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਯਾਦ ਰੱਖੋ, ਇਸ ਦੁਨੀਆ ਵਿੱਚ ਆ ਕੇ ਪ੍ਰਕਾਸ਼ ਧਾਰਨ ਕਰਨ ਦਾ, ਫਿਰ ਮੈਂ ਬੇਨਤੀ ਕਰਾਂ, ਇਸ ਸੰਸਾਰ ਵਿੱਚ ਆਉਣ ਦਾ ਕਾਰਨ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਸ ਦੁਨੀਆ ਵਿੱਚ ਬੰਦਗੀ ਦੀ ਦਾਤ ਹੈ। ਫਿਰ ਇਸ ਬੇਨਤੀ ਨੂੰ ਇੱਕ ਵਾਰੀ ਸਮਝਿਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੰਸਾਰ ਵਿੱਚ ਆਉਣਾ, ਉਹਨਾਂ ਦਾ ਸੰਸਾਰ ਵਿੱਚ ਆਉਣਾ ਤੇ ਸੰਸਾਰ ਵਿੱਚ ਆ ਕੇ ਸੁਨੇਹਾ ਕੀ ਦਿੰਦੇ ਨੇ? ਮਹਾਰਾਜ ਕਹਿੰਦੇ ਨੇ, ਜੇ ਤੂੰ ਦੁਨੀਆ ਵਿੱਚ ਆਇਆ ਤੇ ਆ ਮੈਂ ਤੈਨੂੰ ਉਸ ਰੱਬ ਦੇ ਘਰ ਦੀਆਂ ਗੱਲਾਂ ਦੱਸਾਂ, ਫਿਰ ਕੀ ਕਰ? ਫਿਰ ਤੂੰ ਬੰਦਗੀ ਕਰ, ਫਿਰ ਤੂੰ ਪਰਮਾਤਮਾ ਦੀ ਭਗਤੀ ਕਰ। ਤੇ ਭਾਈ ਨੰਦ ਲਾਲ ਕਹਿੰਦੇ ਨੇ, ਜੇ ਤੂੰ ਚਾਹੁੰਦਾ ਦੁਨੀਆ ਦੇ ਲੋਕ ਮੈਨੂੰ ਬਾਬਾ ਕਹਿਣ, ਕੀ ਕਰ? ਕਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਚ ਆਖਰ ਸ਼ਰਮੰਦਗੀ। ਜੇ ਤੇਰੇ ਕੋਲ ਬੰਦਗੀ ਨਹੀਂ ਤੇ ਯਾਦ ਰੱਖੀ ਤੂੰ ਬਾਬਾ ਅਖਵਾਉਣ ਦਾ ਹੱਕਦਾਰ ਨਹੀਂ। ਜੇ ਤੇਰੇ ਕੋਲ ਬੰਦਗੀ ਨਹੀਂ ਫਿਰ ਤੂੰ ਬਾਬਾ ਅਖਵਾਉਣ ਦਾ ਹੱਕਦਾਰ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਲਈ ਸ਼ਬਦ ਬਾਬਾ ਵਰਤਿਆ। ਬਾਬਾ ਗਿਆ ਬਗਦਾਦ ਨੂੰ, ਇੰਨੇ ਅਦਬ ਵਿੱਚ ਕਿਤੇ ਬਾਬਾ ਸ਼ਬਦ ਵਰਤਦੇ ਨੇ, ਕਿਤੇ ਭਾਈ ਗੁਰਦਾਸ ਕਹਿੰਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ। ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਤੇ ਮੇਰੇ ਤੋਂ ਪਹਿਲਾਂ ਬੀਬਾ ਜੀ ਬੜੇ ਸੋਹਣੀਆਂ ਵਿਚਾਰਾਂ, ਡੂੰਘੀਆਂ ਵਿਚਾਰਾਂ, ਗੁਰਮਤਿ ਦੀਆਂ ਰਹੱਸਮਈ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਕੇ ਗਏ ਨੇ ਕਿ ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਉਹ ਕਿਹੜਾ ਗੁਰੂ? ਉਹ ਗੁਰੂ ਹੈ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ। ਅੱਜ ਅਸੀਂ ਉਹਨਾਂ ਦੇ ਵਿਹੜੇ ਵਿੱਚ ਬੈਠੇ ਹਾਂ। ਮੈਂ ਥੋੜਾ ਜਿਹਾ ਉਹਨਾਂ ਦੀ ਬਾਣੀ ਵਾਲੇ ਪਾਸੇ ਜ਼ਰੂਰ ਆਉਣਾ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਅਸੀਂ ਸਾਰੇ ਪੜ੍ਹਦੇ ਹਾਂ। ਉਹਨਾਂ ਦੀ ਸਰਬੋਤਮ ਬਾਣੀ ਹੈ ਜਪ। ਜਪ ਬਾਣੀ ਤੇ ਜੀ ਅਸੀਂ ਸਤਿਕਾਰ ਲਈ ਕਹਿੰਦੇ, ਜਪ ਜੀ ਬਾਣੀ। ਤੇ ਉਸ ਬਾਣੀ ਵਿੱਚ ਪਹਿਲਾ ਸੰਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀ ਦਿੱਤਾ? ਮੈਂ ਉਹਨਾਂ ਦੀ ਬਾਣੀ ਤੋਂ ਬਾਅਦ ਇੱਕ ਇੱਕ ਸ਼ਬਦ ਦੀ ਵਿਆਖਿਆ ਉਹਨਾਂ ਦੀ ਬਾਣੀ ਵਿੱਚੋਂ ਆਪ ਜੀ ਨਾਲ ਜ਼ਰੂਰ ਸਾਂਝੀ ਕਰਾਂਗਾ, ਨਾਲ ਉਹਨਾਂ ਦੇ ਇਤਿਹਾਸ ਵਿੱਚੋਂ। ਪਹਿਲਾਂ ਮੈਂ ਸ਼ੁਰੂਆਤ ਕਰਨੀ ਚਾਹੁੰਦਾ, ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਹਜ਼ੂਰ ਸਭ ਤੋਂ ਪਹਿਲਾਂ ਉਚਾਰਦੇ ਨੇ, ਇੱਕ ਓੰਕਾਰ ਸਤਨਾਮ। ਦੁਨੀਆ ਦੇ ਲੋਕੋ ਯਾਦ ਰੱਖੋ, ਪਰਮਾਤਮਾ ਬਹੁਤ ਨਹੀਂ, ਪਰਮਾਤਮਾ ਇੱਕ ਹੈ। ਉਹ ਪਰਮਾਤਮਾ ਇੱਕ ਤੇ ਉਸ ਦੇ ਪੈਦਾ ਕੀਤੇ ਹੋਏ ਜੀਵ ਵੀ ਇੱਕ ਦੇ ਇੱਕੋ ਜਿਹੇ ਨੇ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਤੋਂ ਪਹਿਲਾਂ ਸ਼ਬਦ ਇੱਕ ਵਰਤਦੇ ਨੇ, ਇੱਕ ਓੰਕਾਰ। ਅਗਲਾ ਸ਼ਬਦ ਹਜ਼ੂਰ ਨੇ ਵਰਤਿਆ ਸਤਨਾਮ। ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸੱਚਾ ਹੈ, ਸਦੀਵੀ ਹੋਂਦ ਵਾਲਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਹਾਲਾਂਕਿ ਇਹ ਵੀ ਸ਼ਬਦ ਕਹਿੰਦੇ ਨੇ, ਆਦ ਸੱਚ ਜੁਗਾਦ ਸੱਚ। ਸਤਨਾਮ ਦਾ ਅਰਥ ਕੀ ਹੈ? ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਖੈਰ ਜਿਹੜੀ ਬੇਨਤੀ ਕਰਨੀ ਚਾਹੁੰਦਾ, ਸਤਿਗੁਰੂ ਕਹਿੰਦੇ ਨੇ ਸਤਨਾਮ। ਅਗਲਾ ਸ਼ਬਦ ਹੈ ਕਰਤਾ ਪੁਰਖ। ਇਸ ਸ੍ਰਿਸ਼ਟੀ ਦਾ ਕਰਨਹਾਰ ਹੈ, ਇਸ ਦੁਨੀਆ ਨੂੰ ਬਣਾਉਣ ਵਾਲਾ ਉਹ ਕਰਤਾ ਹੈ, ਕਰਤਾ ਪੁਰਖ। ਅਗਲਾ ਸ਼ਬਦ ਮਹਾਰਾਜ ਵਰਤਦੇ ਨੇ ਨਿਰਭਉ। ਉਹ ਪਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਵੀ ਕੋਈ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਨਿਰਭਉ ਦੀ ਗੱਲ ਕਰਦੇ ਨੇ ਤੇ ਯਾਦ ਰੱਖੋ, ਜਿਸ ਨਿਰਭਉ ਦੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਨਿਰਭਉ ਹੈ। ਯਾਦ ਰੱਖੋ, ਗੁਰੂ ਨਾਨਕ ਸਾਹਿਬ ਭਾਵੇਂ ਬਾਬਰ ਸਾਹਮਣੇ ਬੈਠੇ ਨੇ, ਉਹ ਵੀ ਨਿਰਭਉ ਹੋ ਗਏ। ਜਿਨ ਨਿਰਭਉ ਜਿਨ ਹਰ ਨਿਰਭਉ, ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਅਗਲਾ ਸ਼ਬਦ ਹੈ ਨਿਰਵੈਰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਉਹ ਕਦੇ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਨਿਰਵੈਰ ਸ਼ਬਦ ਪੜ੍ਹਦੇ ਹਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਯਾਦ ਰੱਖੋ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਨਿਰਵੈਰ ਨੇ।
ਉਹ ਵੀ ਨਿਰਵੈਰ ਤੇ ਉਹ ਪਰਮਾਤਮਾ ਨਿਰਵੈਰ ਉਹਨਾਂ ਦੇ ਹਿਰਦੇ ਵਿੱਚ ਵਾਸ ਕਰ ਰਿਹਾ। ਜਨ ਨਾਨਕ ਨਿਰੰਤਰ ਨਿਰਵੈਰ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਨਿਰਵੈਰ ਤੇ ਨਿਰਵੈਰ ਪਰਮਾਤਮਾ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚ ਵਸ ਰਿਹਾ ਹੈ। ਨਿਰਭਉ ਨਿਰਵੈਰ। ਅਗਲਾ ਸ਼ਬਦ ਅਕਾਲ ਮੂਰਤ। ਉਸ ਪਰਮਾਤਮਾ ਦੀ ਮੂਰਤ ਕੋਈ ਨਹੀਂ, ਭਾਵ ਕਿ ਸਮੇਂ ਤੋਂ ਬਾਹਰ ਹੈ। ਅਗਲਾ ਸ਼ਬਦ ਅਜੂਨੀ। ਸੰਖੇਪ ਰੂਪ ਵਿੱਚ ਬੇਨਤੀ ਕਰਾਂ ਕਿਉਂਕਿ ਸਮਾਂ ਮੇਰੇ ਕੋਲ ਸੀਮਤ ਹੈ। ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਸਤਿਗੁਰੂ ਮਿਹਰ ਪਏ ਕਰਦੇ ਨੇ ਕਿ ਉਹ ਪਰਮਾਤਮਾ ਜੂਨਾ ਤੋਂ ਬਾਹਰ ਹੈ, ਭਾਵ ਕਿ ਉਹ ਜੰਮਦਾ ਨਹੀਂ, ਉਹ ਮਰਦਾ ਨਹੀਂ, ਉਹ ਕਦੇ ਜੰਮਣ ਮਰਨ ਦੇ ਗੇੜ ਵਿੱਚ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਸਾ ਦੀ ਵਾਰ, ਤੁਸੀਂ ਸਾਰੇ ਗੁਰੂ ਕੇ ਸਿੱਖ ਕੀਰਤਨ ਪਏ ਉਹਦਾ ਕਰਦੇ, ਆਸਾ ਦੀ ਵਾਰ ਦਾ ਪਾਠ ਕਰਦੇ। ਇਸ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਜਦੋਂ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਯਾਦ ਰੱਖੋ ਦੁਨੀਆ ਦੀ ਹਰ ਚੀਜ਼, ਦੁਨੀਆ ਦੀ ਹਰ ਸ਼ੈ ਉਹ ਇਸ ਪਰਮਾਤਮਾ ਦੇ ਭੈ ਵਿੱਚ ਚੱਲ ਰਹੀ ਹੈ, ਪਰ ਇੱਕੋ ਇੱਕ ਪਰਮਾਤਮਾ ਹੈ ਜਿਸ ਨੂੰ ਕਦੇ ਕਿਸੇ ਦਾ ਭੈ ਕੋਈ ਨਹੀਂ, ਜਿਸ ਨੂੰ ਕਦੇ ਕਿਸੇ ਦਾ ਡਰ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਅਜੂਨੀ। ਉਹ ਪਰਮਾਤਮਾ ਜੂਨਾ ਤੋਂ ਬਾਹਰ ਹੈ। ਸਹਿ ਭੰਗ। ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਨੂੰ ਕਦੇ ਕਿਸੇ ਨੇ ਜਨਮ ਨਹੀਂ ਦਿੱਤਾ। ਇੱਥੇ ਥੋੜਾ ਜਿਹਾ ਮੈਂ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅਸੀਂ ਸ਼ਬਦ ਪੜ੍ਹਦੇ ਹਾਂ ਆਸਾ ਦੀ ਵਾਰ ਵਿੱਚ, ਭੰਡ ਜੰਮੀਆਂ ਭੰਡ ਨਿੰਮੀਆਂ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ। ਜਦੋਂ ਇਸ ਸ਼ਬਦ ਨੂੰ ਸੰਪੂਰਨ ਰੂਪ ਵਿੱਚ ਸਾਰਾ ਪੜ੍ਹਦੇ ਹਾਂ ਤੇ ਸਾਰਾ ਸ਼ਬਦ ਪੜ੍ਹ ਕੇ ਅਖੀਰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੁਨੀਆ ਨੂੰ ਜਨਮ ਦੇਣ ਵਾਲੀ ਉਹ ਇਸਤਰੀ ਜਿਹਦਾ ਸੰਬੰਧ ਫਿਰ ਇਸਤਰੀ ਨਾਲ ਜੁੜਦਾ ਹੈ, ਪਰ ਯਾਦ ਰੱਖੋ ਉਸ ਪਰਮਾਤਮਾ ਨੂੰ ਕਿਸੇ ਇਸਤਰੀ ਨੇ ਜਨਮ ਨਹੀਂ ਦਿੱਤਾ। ਇਸ ਸ਼ਲੋਕ ਦੇ ਅਖੀਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਜੂਨੀ। ਪਰਮਾਤਮਾ ਜੂਨਾ ਤੋਂ ਬਾਹਰ ਹੈ। ਸਹਿ ਭੰਗ। ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਸ ਮੂਲ ਮੰਤਰ ਵਿੱਚ ਸਤਿਗੁਰੂ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ ਮਹਿਮਾ, ਉਸ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਨੂੰ ਬਿਆਨ ਕੀਤਾ। ਆਓ ਥੋੜਾ ਜਿਹਾ ਮੈਂ ਹੋਰ ਉਹਨਾਂ ਦੀ ਬਾਣੀ ਤੋਂ ਅੱਗੇ ਚੱਲਣਾ ਚਾਹੁੰਦਾ। ਇੱਕ ਅਸੀਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ ਪੈਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ। ਉਹਨਾਂ ਦੀ ਬਾਣੀ ਵਿੱਚੋਂ ਮੈਂ ਇੱਕ ਇੱਕ ਸ਼ਬਦ। ਸਤਿਗੁਰੂ ਕਹਿੰਦੇ ਨੇ ਇਸ ਦੁਨੀਆ ਤੇ ਬੰਦਾ ਆਉਂਦਾ ਹੈ, ਦੁਨੀਆ ਤੇ ਬੱਚਾ ਜਨਮ ਲੈਂਦਾ ਹੈ। ਜਨਮ ਲੈਣ ਤੋਂ ਬਾਅਦ ਬੱਚੇ ਦਾ ਪਿਆਰ ਦਿਨ ਬਾ ਦਿਨ ਅੱਗੇ ਵੱਧਦਾ ਹੈ। ਜਦੋਂ ਅੱਗੇ ਵੱਧਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤਿਉਂ-ਤਿਉਂ ਪਰਮਾਤਮਾ ਨੂੰ ਟੁੱਟਦਾ ਹੈ ਤੇ ਤਿਉਂ-ਤਿਉਂ ਪਰਮਾਤਮਾ ਨੂੰ ਟੁੱਟ ਕੇ ਸੰਸਾਰ ਵਿੱਚ ਖੁਆਰ ਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੰਦੇਸ਼ ਕੀ ਸੀ? ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੰਦੇਸ਼ ਸੀ ਕਿ ਦੁਨੀਆ ਦੇ ਲੋਕੋ ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲੜਾਏ। ਜਿਵੇਂ ਦੁਨੀਆ ਵਿੱਚ ਆਉਣ ਨਾਲ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੀ ਸਰਕਾਰ ਕਿਰਪਾ ਪਏ ਕਰਦੇ ਨੇ ਕਿ ਜਿਸ ਹਿਰਦੇ ਵਿੱਚੋਂ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਦੀ ਬੰਦਗੀ ਦੀ ਦਾਤ ਭੁੱਲ ਜਾਏ, ਉਹ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਮਰ ਜਾ। ਆਖਣ ਔਖਾ ਸੱਚਾ ਨਾਮ। ਇਹੀ ਖੇਡ ਸਭ ਤੋਂ ਔਖੀ ਹੈ ਕਿ ਪਰਮਾਤਮਾ ਦਾ ਨਾਮ ਸਭ ਤੋਂ ਔਖੀ ਖੇਡ ਹੈ। ਜੇ ਕਿਸੇ ਨੂੰ ਪੁੱਛੀਏ ਕਿ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਕਿਹੜਾ ਹੈ ਤੇ ਦੁਨੀਆ ਦੇ ਲੋਕ ਕਹਿਣਗੇ ਆਹ ਔਖਾ ਹੈ, ਪਰ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਕਹਿੰਦੇ ਨੇ ਆਖਣ ਔਖਾ ਸਾਚਾ ਨਾਮ। ਪਰਮਾਤਮਾ ਦਾ ਨਾਮ ਸਭ ਤੋਂ ਔਖੀ ਖੇਡ ਹੈ। ਆਓ ਮੈਂ ਉਹਨਾਂ ਦੇ ਸ਼ਬਦ ਵੱਲ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ। ਬੱਚੇ ਦਾ ਪਿਆਰ ਸਭ ਤੋਂ ਪਹਿਲਾਂ ਮਾਂ ਦੇ ਦੁੱਧ ਨਾਲ ਪੈਦਾ ਹੋਇਆ। ਫਿਰ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਉਸ ਤੋਂ ਬਾਅਦ ਬੱਚੇ ਨੂੰ ਮਾਂ ਬਾਪ ਦੀ ਸੁੱਧ ਮਿਲਦੀ। ਉਸ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਕਹਿੰਦੇ ਨੇ ਬੱਚੇ ਦਾ ਪਿਆਰ ਆਪਣੇ ਮਾਂ ਬਾਪ ਵਿੱਚ ਪਤਾ ਲੱਗਦਾ ਹੈ ਕਿ ਆਹ ਮੇਰੀ ਮਾਂ, ਆਹ ਮੇਰੀ ਭੈਣ, ਆਹ ਮੇਰਾ ਬਾਪ, ਆਹ ਮੇਰਾ ਰਿਸ਼ਤੇਦਾਰ। ਸਤਿਗੁਰੂ ਕਹਿੰਦੇ ਨੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇ, ਚੌਥਾ ਪਿਆਰ ਉਪੰਨੀ ਖੇਡ।
पंजवें खाण पीण की धात, छेवें काम न पुछे जात। सतगुरु ने एक एक शब्द राई जीवन दे एक एक पड़ाव नूं बयान कीता। दूजे भया भाभी वेग, भाव के भैण भरावां रिश्तेदारां दा पता लग गया, आ मेरी भैण आ रिश्तेदार। अगे सतगुरु कहंदे ने तीजे भया भाभी वेग, चौथे प्यार उपन्नी खेड। बचपन विच खेडां बड़ियां प्यारियां लगदियां ने गुरु नानक साहब सच्चे सरकार नूं। ते जिथे तुसीं आए हो इसे धरती ते सतगुरु दा एक अस्थान है बाल लीला। उस इतिहास नूं जदों तुसीं पढ़ोगे दुनिया दे लोकां दे बच्चियां दीयां खेडां कुछ होर ने, गुरु नानक साहब सच्ची सरकार उन्हां दे बचपन दीयां खेडां भी कुछ होर ने। गुरु नानक साहब सच्ची सरकार जदों हाणियां नाल खेडदे ने, बच्चियां नाल खेडदे ने, ते गुरु नानक साहब मनुखता दा राखा मेरा सतगुरु ਉਹ ਦਰਦਮੰਦੀਆਂ ਦਾ ਦੀਨ ਦੁਨੀਆ ਦਾ ਦਰਦ ਵੰਡਣ ਵਾਲਾ ਇਸੇ ਸਟੇਜ ਤੇ ਭਾਈ ਸਾਹਿਬ ਹੁਣੀ ਕੀਰਤਨ ਕਰਕੇ ਗਏ ਸਨ ਤੇ ਮੇਰਾ ਸਟੇਜ ਦੇ ਥੱਲੇ ਬੈਠਿਆ ਇੱਕੋ ਦਮ ਖਿਆਲ ਮੇਰੇ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਵੱਲ ਆਇਆ। ਜਦੋਂ ਸ਼ਬਦ ਪੜ੍ਹ ਰਹੇ ਸਨ ਭਾਈ ਭਗਤ ਰਵਿਦਾਸ ਜੀ ਦਾ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ। ਯਾਦ ਰੱਖੋ ਦੁਨੀਆ ਵਿੱਚ ਪੀਰ ਪਗੰਬਰ ਬਹੁਤ ਆਏ, ਪਰ ਮੈਂ ਬੇਨਤੀ करा जो कुछ गुरु नानक साहब महाराज जी ने इस धरती ते गरीबां निमाणियां लताड़ियां लई कीता है वो दुनिया दा कोई पीर पैगंबर नहीं कर सकिया। ऐसी लाल तुझ बिन कौन करे, गरीब नवाज गुसैया मेरा माथा छतर धरै। जिस गुरु नानक साहब सच्ची सरकार ने इस दुनिया दे लोकां दा भरम भुलेखा दूर करके उन्हां दे सिर ते सतनाम दा हथ रखिया। सतगुरु अमृत बाणी विच कहंदे ने तीजा भया भाभी बेग, चौथा प्यार उपन्नी खेड, पंजवें खाण पीण की धात, छेवें काम न पुछा जात। दुनिया विच ਵੱਡਾ ਹੋ ਗਿਆ, ਕਾਮ ਦਾ ਭੂਤ ਇਹਦੇ ਸਿਰ ਤੇ ਸਵਾਰ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਪਿਆਰ ਉਪੰਨੀ ਖੇਡ, ਛੇਵੇਂ ਕਾਮ ਨਾ ਪੁੱਛਿਆ ਜਾਤ, ਸਤਵੇਂ ਤੱਦਾ। ਇਸੇ ਬਾਣੀ ਵਿੱਚ ਮਹਾਰਾਜ ਜੀ ਨੇ ਵਾਰ-ਵਾਰ ਇਸ ਮਨੁੱਖਾ ਜੀਵਨ ਦੇ ਪੜਾਅ ਨੂੰ ਬਿਆਨ ਕੀਤਾ ਹੈ ਤੇ ਅਖੀਰ ਤੇ ਮਹਾਰਾਜ ਕਹਿੰਦੇ ਨੇ ਮਨਮੁਖ ਅੰਧ ਡੂਬਾ ਪਿਆਰ बाज गुरु डूबा संसार। सच्चे गुरु तो बिना सतगुरु कहते ने इस संसार डुब गया। ते इसे गल नूं भाई गुरदास जी ने अपनियां वारां विच भी बयान कीता है। कहते ने बाबा देखै ध्यान तर, जलती सब पृथ्वी दिसियाई, बाजो गुरु गुबार है करदी सुनी लुकाई, बाबे भेख बनाया उदासी की रीत चलाई। गुरु नानक साहब ने जदों अपनी निगाह नाल वेखिया कि इस दुनिया दे लोग पूरे गुरु तो बिना डुब रहे ने। गुरु नानक साहब की बाणी नूं पढ़ो। महाराज कहते ने नानक गुरु ना चेतनी, मन अपने सुचेत, छुट्टे तिल बुआड़ियो, सुइए अंदर खेत, खेत अंदर सुटिया। सतगुरु कहते ने दुनिया दे लोग सियाणे बहुत ने, दुनिया दे लोग चतुर बहुत ने, पर याद रखो पूरे गुरु तो बिना कदे संसार विच चानण नहीं मिलदा। वो पूरा गुरु केड़ा सी? सतगुरु नानक प्रगटिया। आओ गुरु नानक साहब नूं एक वारी पुछ लईए महाराज तुसीं पूरे गुरु दे संबंध विच की उपदेश देंदे हो? महाराज कहंदे ने जे 100 चंदा उगवे, हजूर गुरु अंगद साहब महाराज उन्हां नूं जे पुछीए कि पूरे गुरु दे संबंध विच की उपदेश देंदे हो कि पूरे गुरु तो बिना मनुख दा पार उतारा हो सकदा है? महाराज कहंदे ने नहीं, जे 100 चंदा उगवे सूरज चढ़े 1000, इत्ते चानण होंदियां गुर बिन कोर अंधार। ते गुरु नानक साहब ने आप अपनी बाणी विच कहा नानक गुरु ना चेतनी, मन अपने सुचेत, छुट्टे तिल बुआड़ियो, सुइए अंदर खेत। जिवें एक तिलां दा खसमा बूटा वो वखरा खलोता है, सड़िया होया उहदे कोल फल नहीं। याद रखो दुनिया विच बंदा इवें है कि उस तिलां दे बूटे वर्गे हालात इस बंदे दे होए पए ने। ते सतगुरु महाराज कहंदे ने याद रखो इस दुनिया विच पूरे गुरु तो बिना कदे बंदे दा पार उतारा नहीं। नानक गुरु न चेतनी, मन अपने सुचेत, जे 100 चंदा उगवे सूरज चढ़े 1000, इत्ते चानण होंदियां
गुर बिन कोर अंधार। गुरु नानक साहब महाराज कहते हैं मैं अपने गुरु तो कुर्बान जाना, बलिहारी गुर अपने दिवहाड़ी सदवार, जिन मानस ते देवते किए। मैं अपने गुरु तो बलिहार हाँ, अपने गुरु तो कुर्बान हाँ, जिस गुरु ने मैनू मानस तो देवता बना दिता। गुरु दे हथ विच की है। गुरु नानक साहब महाराज, इत्थे मैं निक्की जी बेनती जरूर करनी चाहुंदा। इसे स्टेज तो कथा हो रही सी ते शब्द पढ़िया जा रहा सी, ऐसा गुर वडभागी पाया। केड़ा गुरु? भूले मार्ग जिन्हें बताया, जिसने भुले होए नू मैनू सही रस्ते ते तोर दिता। इसे धरती ते रहन वाला सी भाई मरदाना। प्रोफैसर ਸਾਹਿਬ ਸਿੰਘ जी गुरु नानक साहब जीवन बरतांत विच लिखते हैं कि इसे धरती ते रहन वाला सी भाई मरदाना। जिहड़ी मैं बेनती करनी चाहुंदा कि भूले मार्ग जिन्हें बताया। जदों भाई मरदाने दा मेल गुरु नानक साहब सच्ची सरकार नाल हुंदा है, सतगुरु कहंदे ने मरदानिया आ असीं उस करतार दी उस्तत करिए। ते गुरु नानक साहब नूं इह गल कहंदा है कि सतगुरु जे उस करतार दी उस्तत करांगे ते की मिलेगा? भूले मार्ग जिन्हें बताया, ऐसा गुर वडभागी पाया। महाराज की मिलेगा? गुरु नानक साहब कहते ने मरदानिया तू दुनिया दी सिफत करदा है, तू दुनिया दे गीत गाउंदा है, दुनिया दे खुशी विच सांझी वालता विच तू भाईवाल बनदा है, तेनू की मिलदा है? भाई मरदाने दा उत्तर सी, सतगुरु मेरी इस कुल विच मेरे तो पहला मेरे जिहड़े वड्डे वडेरे सन वो भी यही धंधा करते सन, यही काम करते सन। असीं दुनिया दे गीत गाउने आ, दुनिया दी सिफत करते हैं ते सानू पेट भरन वास्ते कुछ मिलदा है। गुरु नानक साहब सच्ची सरकार कहंदे ने मरदानिया आ जे खुदा दी बंदगी करेगा ते तेरा पेट भी, तेरा लोक भी ते तेरा परलोक भी सवर जाएगा। ऐसा ऐसा गुर वडभागी पाया। वो गुरु भागा नाल मिलिया। मैं कहना गुरु नानक साहब सच्ची सरकार इस धरती ते प्रकाश लिया। गुरु नानक साहब सच्ची सरकार इस धरती ते जन्म लेंदे ने ते ऐसा गुर वडभागी पाया। भाई मरदाने नूं वड्डियां भागां नाल पूरा गुरु मिल गया। जदों भाई मरदाने नूं पूरा गुरु मिलिया, बड़ा लंबा समा मेरे गुरु नानक साहब सच्ची सरकार नाल मेरे मन विच ख्याल आया कि याद रखो मेरे बाबे कोल शब्द सी, भाई मरदाने कोल राग सी। जदों राग ते शब्द दा सुमेल बनया, उथों दुनिया विच गुरु नानक साहब महाराज जी ने कीर्तन आरंभ कीता। जदों कीर्तन आरंभ कीता, इस लोकाई विच जन्मां जन्मांतरां दे टुटे होए लोग भी मेरे बाबे दे शब्द ने, भाई मरदाने ने राग ने रब नाल जोड़ दिते। गुरु नानक साहब सच्ची सरकार उन्हां दा मेल भाई मरदाने नाल हुंदा है। ते मैं एक दिन किताब पढ़ रहा सी, भाई साहब भाई वीर सिंह हुणा ने जिहड़ी किताब भाई मरदाने दे जीवन ते लिखी, छोटा जिहा ट्रैक्ट बा कमाल दा लिखिया। उहदे विच उन्हां ने गल बड़े बा कमाल दी लिखी। मैं जिहड़ी बेनती करनी चाहुंदा, पूरे गुरु दी रहमत की है। ऐसा गुर वडभागी पाया पूरा गुरु। ते भाई गुरदास ने शब्द वरतिया कि वड्डा पुरख प्रगटिया कलयुग अंदर जोत जगाई। पूरा गुरु नानक साहब महाराज इस दुनिया विच अवतार धारिया। ते गुरु नानक साहब दे संबंध विच भाई गुरदास कहंदे ने सतगुरु नानक प्रगटिया मिट्टी धुंध जग चानण होआ। पाप दा हनेरा मेरे गुरु नानक साहब ने अंदर दे हनेरे भी दूर कीते। वो अंदर दे हनेरे कीदे सन? वो अंदर दा हनेरा जिथे भी गुरु नानक साहब महाराज जिसनू भी मिले, सज्जन ठग दे अंदर दा हनेरा मेरे पूरे गुरु ने दूर किया। ऐसा गुर वडभागी पाया। भाई मरदाना वो वड्डियां भागां वाला बन गया। बाबा बुढ़ा वड्डियां भागां वाला बन गया। सज्जन ठग वड्डियां भागां वाला बन गया। ये बेनती करा, जेड़ा भी गुरु नानक साहब महाराज नूं मिलिया, गुरु नानक जिन सुनिया पेखिया से फिर गरबास न परया। ऐसे गुर को बल बल जाइए आप मुक्त मोह तारै। ऐसा गुर वडभागी पाया। वो गुरु नानक साहब सच्ची सरकार जिसने भाई मरदाने ने उस गुरु नूं पा लिया। अखीरले समय विच भाई मरदाने ने गुरु नानक साहब नाल कुछ गल्लां कीतियां। मैं जिहड़ी बेनती करनी चाहुंदा, गुरु नानक साहब पुछदे ने मरदानिया
दस तेरा शरीर नूं दफना दईए, दुनिया दे लोग पूजा करनगे, तेरे शरीर नूं साड़ दईए, की करिए? गुरु नानक साहब नूं भाई मरदाना कहंदा सी, सतगुरु इस शरीर दी मड़ी विचों निकलिया, किते दोबारा उस मड़ी विच ना पा दई, मैनू उत्थे रख लै जिथे तेरा वासा है, मैनू उत्थे रख जिथे तेरा वासा। ऐसा गुर वडभागी पाया। सतगुरु गुरु नानक साहब नूं भाई मरदाना कहंदा है, मेरे बाबा तैं खुदाए देखिया है, ऐसा गुर वडभागी पाया। तैं खुदाए देखिया है, मैं तेनू देखिया है, बाबा तैं खुदाए पाया है, मैं तेनू पाया है। तेरे विच ते खुदा विच कोई भेद नहीं, कोई फर्क नहीं। इसे गल दी गल गुरु अर्जन साहब महाराज जी ने अपनी बाणी विच भी कीती है। सतगुरु गुरु अर्जन साहब महाराज कहंदे ने, याद रखो जेड़े गुण उस परमात्मा विच ने, ओही गुण मेरे गुरु नानक बाबे नानक दे विच ने। ऐसा गुर वडभागी पाया। भाई मरदाना कहंदा, सतगुरु तैं खुदाए देखिया है, मैं तेनू देखिया है, तैं खुदाए पाया है, मैं तेनू पाया है। बाबा तेरे विच ते खुदा विच कोई भेद नहीं, मेरे विच ते तेरे विच कोई भेद नहीं। जिथे तेरा वासा उथे मेरा वासा। ते गुरु नानक साहब सच्ची सरकार ने जदों सतगुरु ने बाणी उचारण की, सलोक मरदाना पहला गुरु ग्रंथ साहब विच हमेशा लई बाबे मरदाने नूं दर्ज कर लिया। ऐसा गुर वडभागी पाया। भूले मार्ग जिन्हें बताया, वो गुरु भागा नाल मिलिया, ते जिस नूं मिलिया फिर ओदा जीवन उजला हो गया। अज भी जेड़ा गुरु नानक साहब सच्ची सरकार दे उन्हां बचनां नूं मन ले, महाराज कहंदे ने, जिन्नी नाम ध्याया गए मशक्कत काल, नानक ते मुख उजले, केती छुट्टी नाल कोई कंडीशन नहीं रखी कि वो मेरा सिख उस अकाल पुरख दा सिमरन करे ते ओ इस दुनिया तो पवित्र होएगा। कोई कंडीशन नहीं रखी। कोई हिंदू, कोई मुसलमान, कोई सिख, किसी भी जात दा, किसी भी फिरके दा होवे, मेरा गुरु नानक साहब कहंदा है, इस गल ते भरोसा रख ले कि जिन्नी नाम ध्याया गए मशक्कत काल, नानक ते मुख उजले केती छुट्टी नाल उन्हां दा इस भाव सागर तो छुटकारा हो जांदा है। जिहड़े गुरु नानक साहब महाराज जी दे इन्हां शब्दां नूं अपने हिरदे विच धारण कर लेंदे ने। बहुत बहुत धन्नवाद इत्थों दी प्रबंधक कमेटी दा, भाई प्रेम सिंह जी हैड ग्रंथी। दिता होया समा समाप्त है। गल्लां तां गुरु बाबे दियां बहुत ने, क्योंकि मेरे सतगुरु बाणी विच कहंदे ने, वड्डे कीआं वड्डियाईयां किछ कहना कहण ना जाए। जे रब दीयां वड्डियाईयां वड्डियां ने, याद रखो मेरे बाबे दियां वड्डियाईयां भी बहुत वड्डियां ने। ये कहण तो परे ने। साडे कोल कोई शब्द नहीं जिन्हां शब्दां नाल असीं गुरु बाबे नानक दे गुणां नूं गा सकीए। ओ मेरा गुरु नानक साहब सच्ची सरकार वड्डियां भागां नाल, किस्मत नाल उन्हां नूं मिलदा है, ते जिन्हां नूं मिल जांदा है सतगुरु मेहर करदे ने उन्हां दे जीवन ते। कहण लगे, नानक गुरु ना चेतनी, मन अपना सुचेत, छुट्टे तिल बवाड़ ज्यों, सुइए अंदर खेत, गुरु दे हथ विच की है। निक्की जी घटना साझी करके फिर मैं समाप्ति वाले पासे आवां। भाई लैणा गुरु नानक साहब दे चरनां विच करतारपुर साहब दी धरती ते आउंदा है। मैं जिहड़ी बेनती करनी चाहुंदा, ऐसा गुर वडभागी पाया। गुरु दे हथ विच की है? गुरु दे हथ विच किहड़ी बख्शिश है, किहड़ी रहमत है? भट्टां ने बाणी विच गुरु अमरदास महाराज दी उस्तत कीती। कहण लगे, गुरु अमरदास महाराज जी, तुहाडे सज्जे हथ विच पद्म है, तुहाडे खब्बे हथ विच रिधियां ते सदियां ने। पूरे गुरु दी हथ विच की है? भाई लैणा गुरु नानक साहब सच्ची सरकार दे चरनां विच करतारपुर साहब आउंदा है। सतगुरु एक दिन अपने हथ नूं मुट्ठी नूं बंद करदे ने, पुछदे ने, भाई लैणिया दस। उस तो पहलां अपने पुत्तरां नूं पुछिया। कहण लगे, मेरे हथ विच की? किसी ने कहा तुहाडे हथ विच टका है, किसी ने कहा तुहाडे हथ विच आ वस्तु है। भाई लैणे नूं पुछिया, लैणिया तू दस मेरे हथ विच की? कहण लगे, सतगुरु गुरु नानक साहब महाराज, मेरे कोल शक्ति नहीं, मेरे कोल ताकत नहीं, मेरे कोल समर्था नहीं कि मैं कुछ दस सकां। तुहाडे हथ विच की?
जे तुसी रहमत करो ते मैं जरूर दसां लैणिया दस मेरे हथ विच की। भाई लैणे दा उत्तर सी सतगुरु तेरे हथ विच दुनिया दे लोक ते परलोक दा सुख है। ऐसा गुर वडभागी पाया। कहन लगे लैणिया मेरे हाथ विच की। कहन लगा सतगुरु तुहाडे हाथ विच दुनिया दे लोक ते परलोक दा सुख है। सतगुरु ने इहो जिहा सीने नाल लाया। लैणे तो बाद मेरे गुरु नानक साहब ने अपने सीने नाल ला के लैणे तो अंगद बना दिता। याद रखो गुरु नानक साहब महाराज कहंदे ने भूले मार्ग जिन्हें बताया ऐसा गुर वडभागी पाया। समरथ गुरु सिर हाथ धरियो गुर कीनी कृपा हर नाम दियो। जिस देख चरण अगन हरियो निस बासुर एक समान ध्यान सो। नाम सुने सुत भान डरियो भान दास सो आस जगतर गुरु की। पारस पेट परस करियो रामदास गुरु हर सत कियो। समरथ गुरु सिर हाथ धरियो। ये है मेरे पूरे गुरु दी बख्शिश, ये है मेरे पूरे गुरु दी रहमत जिस उत्ते मेरा समरथ गुरु नानक साहब अपनी कृपा दा हथ रख दिंदा है। याद रखो उहदे दुनिया दे लोक ते परलोकां दा दुख मेरा गुरु नानक साहब सदा लई कट दिंदा है। सतगुरु गुरु नानक साहब महाराज जिस गुरु दे वेड़े विच मेरे सतगुरु ने उस धरती नूं भाग लाया। कदे मेरा सतगुरु इस धरती ते खेडदा ते कदे गुरु नानक साहब महाराज इस धरती ते खेडदियां रिड़दियां मेरे सतगुरु ने बहुत रहमतां इस धरती ते वरताईयां। मैं फिर उस गल नूं दोहरा दियां दुनिया विच वसन वाला हर गुरु नानक दा सिख इस धरती दे चरनां विच अपना मत्था सिर झुकाउण लई उतावला रहिंदा है। सतगुरु रहमत करदे ने ते तां इस धरती दे चरनां दी तूड़ उस इंसान नूं नसीब हुंदी है। सतगुरु रहमत करे कृपा करे सानू भी पूरे गुरु दीयां बातां समझ आ सकण। पूरे गुरु दी रहमत दे पात्र असीं भी बन सकीए। गुरु नानक साहब दे चरनां विच अरदास करके जाइए महाराज अज तो बाद इस धरती ते मत्था टेकण आए आ। अज तो बाद कदे सानू जपजी साहब दा पाठ करन दा चेता कदे ना भुले। गुरु नानक साहब महाराज दे चरनां विच अरदास। एक बेनती मैं अखीर ते करदिआं भाई साहब होना ने अमृत दी गल कीती है कि अमृत दा बाटा तैयार होना। मैं खास करके कल भी उन्होंने मैनूं कहा सी कि इस संबंध विच जरूर बेनती करियो। देखो गुरु ग्रंथ साहब दी अमृत बाणी विच बाबा नानक जी दा एक शब्द आउंदा है अमृत दे संबंध विच। महाराज कहंदे ने सब रस मिठे मन्निया सुनिया सालूणे खट तुरसी मुख बोलना मार नाद किए 36 अमृत 36 प्रकार दे अमृत ओ भोजन। ते बाणी दे संबंध विच भी महाराज कहंदे ने अमृत बाणी हर हर तेरी सुन सुन होवे परमगत मेरी केड़ी बाणी। जिस बाणी नूं बाबा नानक जी कहंदे ने मरदानिया रबाब छेड़ अकाल दी बाणी है। अकाल दी बाणी आई है उस्तत करिए। गुरु नानक साहब महाराज कहंदे ने धुर की बाणी आई तेन सगली चिंत मिटाई। गुरु नानक साहब महाराज कहते ने वाहो वाहो बाणी निरंकार है तिस जेवड़ अवर न कोय। जय तन बाणी विसर जाए ज्यों पक्का रोगी विलड़ाए। सतगुरु मेहर करन इतनी हेवा सेवा हाजरी प्रवान करनी। मेरे सतगुरु ने रहमत कीती। कुछ शब्द सतगुरु दी बाणी विचों उन्हां दे इतिहास विचों उन्हां दी सिफत विचों कुछ कह सकिया हाँ। सतगुरु रहमत करन कृपा करन। बोलदिआं मेरे को होईयां अनेक प्रकार दीयां भुल्लां दी खिमा। बहुत बहुत धन्नवाद। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। बहुत बहुत धन्नवाद सत्कारयोग ਗਿਆਨੀ ਰਾਜਪਾਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਸੁੰਦਰ ਢੰਗ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਸੰਗਤਾਂ ਦੇ ਨਾਲ ਕੀਤੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਪੰਥ ਕੌਮ ਦੀ ਸੇਵਾ ਕਰਦੇ ਰਹਿਣ।